वेलकम बैक। मैं मनवीर कौर वंडरफुल विमेन वैनसडे का अगला एपीसोड लेके मैं हाजिर हाँ। अज इस एपीसोड च आप गल करांगे, बड़ी छोटी जी वीडियो होगी, जरूर देखना बिकॉज इस वीडियो दे विच पूरी वीडियो देखना, ये फैक्ट्स है, नंबरस है ਜਿਹੜੇ ਆਪਾਂ ਨੂੰ हैरान करते हैं कि अपने लोकतंत्र ਦੇ ਵਿੱਚ ਕੀ ਹੋ ਰਿਹਾ है। अपने कॉन्स्टिट्यूशन ने ਜਿਹਨੇ ਸਭ ਨੂੰ ਬਰਾਬਰਤਾ ਦਿੱਤੀ ਸੀ, ਜਿਹਨੇ ਰਾਜਿਆਂ ਦਾ ਰਾਜ ਖਤਮ ਕਰਤਾ ਸੀ, ਉਹਦੇ ਬਾਵਜੂਦ ਵੀ ਅੱਜ ਕੀ ਹੋ ਰਿਹਾ ਔਰ ਆਪਾਂ ਨੂੰ ਇਹ ਚੀਜ਼ਾਂ ਇੰਨੀਆਂ ज़्यादा मैटर क्यों नहीं करदियां और मैटर क्यों करनियां चाहिदियां ने। गल ये है कि पिछले 15 सालों के विच पंजाब दे सियासत दे विच, पंजाब दी राजनीति दे विच 4 इलैक्शन हो चुके हैं पिछले 15 सालों के विच। इन्हां 4 इलैक्शनां दे विच औरतां दी स्थिति की रही, पिछले 15 सालों के विच औरतां दी राजनीति दे विच स्थिति की रही, ਉਹਦੇ ਤੇ ਗੱਲ ਇਸ ਵੀਡੀਓ 'ਚ ਕਰਾਂਗੇ। ਪਿਛਲੇ 15 ਸਾਲਾਂ ਦੇ ਵਿੱਚ 4 ਇਲੈਕਸ਼ਨ, ਚਾਰ ਇਲੈਕਸ਼ਨ ਹੁੰਦੇ ਆ। 2002 ਦੇ ਵਿੱਚ ਇੱਕ ਹੁੰਦਾ, अगला हुंदा 7 ਦੇ ਵਿੱਚ, ਉਸ ਤੋਂ ਬਾਅਦ 12 ਦੇ ਵਿੱਚ ਐਂਡ 17 ਦੇ ਵਿੱਚ। ਇਹਨਾਂ ਦੇ ਵਿੱਚ ਜਿਹੜੀਆਂ ਔਰਤਾਂ ਜਿੱਤ ਕੇ ਐਮਐਲਏ ਬਣਦੀਆਂ ਨੇ, ਵਿਧਾਇਕ ਬਣਦੀਆਂ ਨੇ, ਉਹਨਾਂ ਦਾ ਨੰਬਰ ਹੈ 37 ਔਰਤਾਂ ਜਿੱਤ ਕੇ ਐਮਐਲਏ ਬਣਦੀਆਂ ਨੇ ਪਿਛਲੇ 15 ਸਾਲ ਦੇ ਵਕਫੇ ਦੇ ਵਿੱਚ। ਇਹਦੇ ਵਿੱਚ ਹੁਣ ਜੋ ਹੈਰਾਨ ਕਰਨ ਵਾਲਾ ਫੈਕਟ ਆ ਉਹ ਇਹ ਹੈ ਕਿ ਇਸ ਲੋਕਤੰਤਰ ਦੇ ਵਿੱਚ ਲੋਕਤੰਤਰੀ ਢੰਗ ਨਾਲ ਚੁਣੇ ਗਏ ਜਿਹੜੇ ਵਿਧਾਇਕ ਸੀ, ਔਰਤਾਂ ਸੀ। ਪਹਿਲੀ ਗੱਲ ਤਾਂ ਇਹਨਾਂ ਦਾ ਨੰਬਰ ਬਹੁਤ ਘੱਟ ਸੀ, ਸਿਰਫ 37 ਔਰਤਾਂ ਸੀ। ਪਰ ਜਿਹੜੀਆਂ 37 ਔਰਤਾਂ ਚੁਣ ਕੇ ਗਈਆਂ ਵੀ, ਉਹਨਾਂ ਦੇ ਵਿੱਚੋਂ 30 ਔਰਤਾਂ, मतलब कि 81% ਔਰਤਾਂ ਉਹ ਸੀ ਜੋ ਕਿਸੇ ਨਾ ਕਿਸੇ ਰਾਜ ਘਰਾਣੇ ਨੂੰ, मतलब ਸਿਆਸੀ ਰਾਜ ਘਰਾਣੇ ਨੂੰ, ਕਿਸੇ ਸਿਆਸੀ ਪਰਿਵਾਰ ਨੂੰ, ਕਿਸੇ ਸਿਆਸੀ ਬੰਦੇ ਦੇ ਨਾਲ ਵਿਆਹੀ ਹੋਈ ਵਾਈਫ ਸੀ, ਕੋਈ ਕਿਸੇ ਦੀ ਧੀ ਸੀ, ਕੋਈ ਕਿਸੇ ਦੀ ਨੌਂ ਸੀ, ਕੋਈ ਕਿਸੇ ਦੀ ਭਤੀਜੀ ਸੀ। ਸਿਰਫ ਇਹੀ ਪਰਿਵਾਰ, ਸਿਆਸੀ ਪਰਿਵਾਰਵਾਦ ਦੇ ਵਿੱਚੋਂ ਨਿਕਲੀਆਂ ਹੋਈਆਂ ਔਰਤਾਂ 81% पिछले 15 सालों जो गई, 81% औरतां वो सी जो सियासी परिवारों को बिलोंग करदियां सी। हुण पिछे जो बचियां वो औरतां जिन्हां दी डायरैक्ट एंट्री पॉलिटिक्स दे विच होई, जिहड़ी किसी सियासी घराणे नूं बिलोंग नहीं सी करदियां, वो सी सिर्फ 19% औरतां ਜਿਹੜੀਆਂ ਆਪਣੇ बलबूते ਦੇ ਉੱਤੇ पॉलिटिक्स ਦੇ ਵਿੱਚ आईयां। हुण अगर आपां नंबरस 'ਚ गल करिए तो 37 औरतां विधान सभा 'ਚ गईयां पिछले 15 सालों 'ਚ, उन्हां दे विचों 30 औरतां सियासी घराणिਆਂ ਨੂੰ, ਇਹੋ ਜਿਹੀ ਫੈਮਲੀਜ਼ ਨੂੰ ਬਿਲੋਂਗ ਕਰਦੀਆਂ ਸੀ ਜਿਨ੍ਹਾਂ ਦੇ ਵਿੱਚ ਜਿਹੜੇ ਮਰਦ ਸੀ ਉਹ ਆਲਰੇਡੀ ਸਿਆਸਤ ਦੇ ਵਿੱਚ ਰਹਿ ਚੁੱਕੇ ਸੀ ਜਾਂ ਕਿਸੇ ਤਰ੍ਹਾਂ ਦੀ ਇਨਫਲੂਐਂਸ ਰੱਖਦੇ ਸੀ ਜਾਂ ਬਿਊਰੋਕਰੇਟ ਆਈਪੀਐਸ ਆਫੀਸਰ ਸੀ। ਹੁਣ ਸਿਰਫ ਔਰ ਸਿਰਫ 7 ਔਰਤਾਂ ਇੱਦਾਂ ਦੀਆਂ ਸੀ ਪਿਛਲੇ 15 ਸਾਲਾਂ 'ਚ, ਜਿਹੜੀਆਂ 7 ਵਿਧਾਇਕ ਇੱਦਾਂ ਦੀਆਂ ਸੀ ਜਿਹੜੀਆਂ ਡਾਇਰੈਕਟ ਪੋਲੀਟਿਕਸ ਦੇ ਵਿੱਚ ਜਿੱਤ ਕੇ ਗਈਆਂ। ਆਪਾਂ ਕਹਿ ਸਕਦੇ ਹਾਂ ਆਪਣੇ ਬਲਬੂਤੇ ਦੇ ਉੱਤੇ ਜਿੱਤ ਕੇ ਇਲੈਕਸ਼ਨ ਕੰਟੈਸਟ ਕੀਤੇ ਔਰ ਗਈਆਂ। ਸਾਲ 2002 ਦੇ ਵਿੱਚ 9 ਔਰਤਾਂ ਸੀ ਜੋ ਐਮਐਲਏ ਚੁਣ ਕੇ ਵਿਧਾਨ ਸਭਾ 'ਚ ਗਈਆਂ। ਹੈਰਾਨੀ ਦੀ ਗੱਲ ਹੈ ਕਿ ਇਸ ਲੋਕਤੰਤਰ ਦੇ ਵਿੱਚ, ਇਸ ਕੌਂਸਟੀਟਿਊਸ਼ਨ ਦੇ ਵਿੱਚ ਜਿਹਦੇ ਵਿੱਚ ਰਾਜਿਆਂ ਦਾ ਰਾਜ ਖਤਮ ਹੋ ਚੁੱਕਾ ਹੈ, ਉਸ ਕੌਂਸਟੀਟਿਊਸ਼ਨ 'ਚ ਵੀ ਜਿਹੜੀਆਂ 9 ਐਮਐਲਏ ਔਰਤਾਂ ਵਿਧਾਨ ਸਭਾ 'ਚ ਸੀ, ਉਹ ਸਾਰੀਆਂ ਦੀਆਂ ਸਾਰੀਆਂ ਹੀ ਕਿਸੇ ਨਾ ਕਿਸੇ ਸਿਆਸੀ ਪਰਿਵਾਰ ਨੂੰ, ਸਿਆਸੀ ਮਰਦ ਨੂੰ ਬਿਲੋਂਗ ਕਰਦੀਆਂ ਸੀ। ਵੈਰੀ ਟਿਪੀਕਲ ਟੂ ਸੇ, ਕਿਉਂਕਿ ਪੰਜਾਬ ਦੀ ਰਾਜਨੀਤੀ 'ਚ ਮਰਦ ਪ੍ਰਧਾਨ ਰਾਜਨੀਤੀ ਹੈ, ਇੱਥੇ ਔਰਤਾਂ ਦੀ ਸਪੇਸ ਨਹੀਂ ਬਣਦੀ। ਇਸੇ ਕਰਕੇ ਇਹ ਵੀਡੀਓ ਸੀਰੀਜ਼ ਆਪਾਂ ਸਾਰੀ ਸ਼ੁਰੂ ਕੀਤੀ ਹੈ। ਸੋ ਇਹ ਜਿੰਨੀਆਂ 2002 ਦੀ ਵਿਧਾਨ ਸਭਾ 'ਚ ਔਰਤਾਂ ਸੀ, ਉਹ ਸਾਰੀਆਂ ਦੀਆਂ ਸਾਰੀਆਂ 9 ਦੀਆਂ 9 ਔਰਤਾਂ ਕਿਸੇ ਸਿਆਸੀ ਮਰਦ ਨੂੰ ਬਿਲੋਂਗ ਕਰਦੀਆਂ ਸੀ, ਕਿਸੇ ਦੀ ਧੀ ਸੀ, ਕਿਸੇ ਦੀ ਨੌਂ ਸੀ ਔਰ ਕਿਸੇ ਦੀ ਵਾਈਫ ਸੀ। ਸੋ ਸਿਰਫ ਸਿਆਸੀ ਰਿਸ਼ਤੇਦਾਰੀਆਂ ਕਾਰਨ ਹੀ ਔਰਤਾਂ ਨੂੰ ਮੌਕਾ ਮਿਲ ਰਿਹਾ ਜ਼ਿਆਦਾਤਰ ਅੱਗੇ ਜਾਣ ਦਾ, ਜੋ ਕਿ ਬਹੁਤ ਮਾੜਾ ਟ੍ਰੈਂਡ ਹੈ, ਜੋ ਕਿ ਨਿਸ਼ਾਨੀ ਹੈ ਕਿ ਔਰਤਾਂ ਦਾ ਜਿਹੜੀ ਔਰਤਾਂ ਆ ਹਜੇ ਵੀ ਓਪਰੈਸਡ ਨੇ। ਆਪਾਂ ਗੱਲ ਕਰਦੇ ਹਾਂ ਔਰਤਾਂ ਦੱਬੀਆਂ ਹੋਈਆਂ ਨੇ, ਔਰਤਾਂ ਸਿਆਸਤ ਦੇ ਵਿੱਚ ਵੀ ਦੱਬੀਆਂ ਹੋਈਆਂ ਨੇ। ਇਹ ਸਿਆਸੀ ਪਰਿਵਾਰਾਂ ਦੇ ਵਿੱਚ ਵੀ ਉਹਨਾਂ ਨੂੰ ਅੱਗੇ ਆਉਣ ਦਾ ਮੌਕਾ ਤਾਂ ਹੀ ਮਿਲਦਾ ਹੈ ਜਾਂ ਹਸਬੈਂਡ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਪਰਚਾ ਵਗੈਰਾ ਚੱਲਦਾ ਹੋਵੇ, ਜਾਂ ਕਿਸੇ ਐਮਐਲਏ ਦੇ ਮੁੰਡੇ ਨੇ ਸੋਚਿਆ ਹੋਵੇ ਕਿ ਤੂੰ ਅੱਗੇ ਜਾ ਕੇ ਰਬਰ ਸਟੈਂਪ ਬਣ ਕੇ ਕੰਮ ਕਰ ਔਰ ਮੈਂ ਪਿੱਛੇ ਦਾ ਸਾਰੇ ਦਾ ਸਾਰਾ ਜੋ ਸੌਰਟ ਆਫ ਕਾਰੋਬਾਰ ਤੁਸੀਂ ਸਮਝਦੇ ਆ ਮੈਂ ਉਹ ਸੰਭਾਲਦਾ ਆ। ਸੋ ਇਹੀ ਚੀਜ਼ਾਂ ਦੇ ਵਿੱਚ ਇੱਦਾਂ ਲੱਗਦਾ ਕਿ ਸਿਰਫ ਇੱਕ ਟੋਕਨਿਜ਼ਮ ਆ ਜਾਂ ਕੁਛ ਕੁ ਪਰਿਵਾਰਾਂ ਦੀ ਪ੍ਰਾਈਡ ਦੀ ਲੜਾਈ ਬਣ ਚੁੱਕਾ ਹੈ। ਇਸ ਕਰਕੇ ਇਹ ਜਿਹੜੀਆਂ ਸਿਆਸੀ ਔਰਤਾਂ ਹੈ ਇਹਨਾਂ ਨੂੰ ਅੱਗੇ ਲਿਆਂਦਾ ਜਾਂਦਾ। ਪਹਿਲਾਂ ਇੱਥੇ ਨਾਮ ਮੈਂ ਕੁਝ ਜ਼ਰੂਰ ਗਿਣਾਉਣੇ ਚਾਹੁੰਦੀ ਹਾਂ ਉਹਨਾਂ ਔਰਤਾਂ ਦੇ ਜਿਹੜੀਆਂ ਸਿਆਸੀ ਰਿਸ਼ਤੇਦਾਰੀਆਂ ਕਰਕੇ ਰਾਜਨੀਤੀ ਦੇ ਵਿੱਚ ਹੈ। ਜਿਵੇਂ ਸਭ ਤੋਂ ਪਹਿਲਾ ਨਾਮ ਹੈ ਅਰੁਣਾ ਚੌਧਰੀ ਦਾ। ਅਰੁਣਾ ਚੌਧਰੀ ਨੌਂ ਹੈ, ਉਹ ਕਿਸੇ ਐਮਐਲਏ ਦੀ ਨੌਂ ਹੈ ਦੀਨਾਨਗਰ ਤੋਂ, ਇਸ ਕਰਕੇ ਸ਼ੀ ਇਜ਼ ਇਨ ਪੋਲੀਟਿਕਸ। ਉਸ ਤੋਂ ਬਾਅਦ ਅਗਲਾ ਨਾਮ ਹੈ ਰਜ਼ੀਆ ਸੁਲਤਾਨਾ, ਜੋ ਕਿ ਪਿਛਲੇ ਸਾਲ ਵੀ ਮਿਨਿਸਟਰ ਰਹੇ ਨੇ। ਉਹਨਾਂ ਦੇ ਹਸਬੈਂਡ ਜਿਹੜੇ ਉਹ ਆਈਪੀਐਸ ਆਫੀਸਰ ਆ ਮੁਹੰਮਦ ਮੁਸਤਫਾ। ਇਸ ਤੋਂ ਪਹਿਲਾਂ ਮਲੇਰਕੋਟਲਾ ਤੋਂ ਇੱਕ ਹੋਰ ਵਿਧਾਇਕ ਸੀਗੇ ਜਿਹੜੇ ਫਰਜ਼ਾਨਾ ਆਲਮ ਦੇ ਵਾਈਫ ਸੀ, ਉਹ ਵੀ ਇੱਕ ਆਈਪੀਐਸ ਆਫੀਸਰ, ਇੱਕ ਬਿਊਰੋਕਰੇਟ ਦੀ
ਵਾਈਫ ਸੀ ਔਰ ਫਿਰ ਉਹ ਜਿਹੜੀ ਰਾਜਨੀਤਿਕ ਪਾਰਟੀਆਂ ਨਾਲ ਸਾਠ ਗਾਠ, ਔਰ ਉਸ ਤੋਂ ਬਾਅਦ ਉਪਿੰਦਰਜੀਤ ਕੌਰ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਕਾਫੀ ਦੇਰ ਕੰਟੈਸਟ ਕਰਦੇ ਰਹੇ ਔਰ ਉਹਨਾਂ ਨੇ ਫਾਈਨੈਂਸ ਮਿਨਿਸਟਰ ਰਹੇ ਆ ਪੰਜਾਬ ਦੇ, ਉਹ ਵੀ ਇੱਕ MLA ਦੀ ਫਰਦਰ ਬੇਟੀ ਆ। ਉਸ ਤੋਂ ਬਾਅਦ ਕਰਨ ਕੌਰ ਬਰਾੜ ਹੈ, ਉਹ ਡਾਟਰ ਇਨ ਲਾਅ ਹੈ ਮੁਕਤਸਰ ਤੋਂ, ਜਿਹੜੇ ਚੀਫ ਮਿਨਿਸਟਰ ਰਹੇ ਨੇ ਹਰਚੰਦ ਸਿੰਘ ਬਰਾੜ, ਉਹਨਾਂ ਦੇ ਪਰਿਵਾਰ ਦੇ ਵਿੱਚੋਂ। ਉਹਨਾਂ ਦੀ ਸੱਸ ਵੀ ਜਿਹੜੀ ਕਰਨ ਕੌਰ ਬਰਾੜ ਦੀ ਮਦਰ ਇਨ ਲਾਅ ਨੂੰ, ਉਹਨਾਂ ਦਾ ਪਰਿਵਾਰ ਸਾਰਾ ਆਲਮੋਸਟ ਪੋਲੀਟਿਕਸ ਦੇ ਵਿੱਚ ਸੀ। ਉਸ ਤੋਂ ਬਾਅਦ ਅਗਰ ਆਪਾਂ ਰਜਿੰਦਰ ਕੌਰ ਪੱਠਲ ਦੀ, ਬੀਬਾ ਰਜਿੰਦਰ ਕੌਰ ਪੱਠਲ ਜੀ ਦੀ ਗੱਲ ਕਰੀਏ, ਜਿਹੜੇ ਸਾਬਕਾ CM ਰਹੇ ਨੇ ਪੰਜਾਬ ਦੇ ਵਿੱਚ, ਪਹਿਲੀ ਔਰਤ CM ਸੀ, ਤਾਂ ਉਹਨਾਂ ਨੂੰ ਬਹੁਤ ਸਾਲ ਹੋ ਗਏ ਪੋਲੀਟਿਕਸ 'ਚ। ਮੈਨੂੰ ਲੱਗਦਾ ਕਿ 70-75 ਦੇ ਅਰਾਊਂਡ ਉਹਨਾਂ ਨੇ ਸਟਾਰਟ ਕੀਤਾ ਹੋਣਾ, ਇੱਥੇ ਮੈਂ ਸ਼ਿਓਰ ਨਹੀਂ ਹੈਗੀ। ਐਂਡ ਬੀਬਾ ਪੱਠਲ ਜਿਹੜੇ ਉਹ ਵੀ ਇੱਕ ਇੱਦਾਂ ਪਰਿਵਾਰ ਨੂੰ ਬਿਲੋਂਗ ਕਰਦੇ ਸੀ ਜਿਹੜਾ ਪੋਲੀਟੀਕਲੀ ਐਕਟਿਵ ਸੀ, ਬਟ ਬੀਬਾ ਪੱਠਲ ਨੂੰ ਜ਼ਿਆਦਾ ਪਰਿਵਾਰਵਾਦ ਵਾਲਾ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਹਨਾਂ ਦੇ ਫਾਦਰ ਫਰੀडम फाइटर ਸੀ। ਅਗਰ ਆਪਾਂ ਸਾਰੀ ਰਾਜਨੀਤੀ ਨੂੰ ਪੜ੍ਹਦੇ ਹਾਂ, ਇਸ ਇਤਿਹਾਸ ਨੂੰ ਪੜ੍ਹਦੇ ਹਾਂ, ਤਾਂ ਜਿਹੜਾ ਸ਼ੁਰੂਆਤ ਵਾਲੇ ਦੌਰ ਸੀ, ਲਾਈਕ 1960 ਦਾ ਦਹਾਕਾ ਸੀ, 1975 ਤੱਕ ਵੀ ਜਿੰਨੇ ਇੱਕ MLA ਅੱਗੇ ਆਏ ਨੇ, ਔਰਤਾਂ ਵੀ ਉਸ ਕਿਸੇ ਨਾ ਕਿਸੇ ਫਰੀडम फाइटर ਪਰਿਵਾਰ ਨੂੰ ਬਿਲੋਂਗ ਕਰਦੇ ਸੀ। ਇਸ ਕਰਕੇ ਵੀ ਇੱਕ ਆਪਾਂ ਉਹਨੂੰ ਮਾੜਾ ਨਹੀਂ ਕਹਿ ਸਕਦੇ, ਇੱਕ ਐਕਟਿਵਿਜ਼ਮ ਵਾਲੇ, ਇੱਕ ਰੈਵੋਲੂਸ਼ਨਰੀ ਪਰਿਵਾਰਾਂ ਤੋਂ ਆਉਂਦੇ ਸੀ, ਇੱਕ ਵਧੀਆ ਸੋਚ ਸੀ। ਸੋ ਬੀਬਾ ਪੱਠਲ ਜਿਹੜੇ ਸੀ, ਉਹਨਾਂ ਦੇ ਫਾਦਰ ਵੀ ਜਿਹੜੇ ਫਰੀडम फाइटर ਸੀ, ਉਹਨਾਂ ਦਾ ਪਰਿਵਾਰ, ਬਟ ਉਹਨਾਂ ਦੇ ਫਾਦਰ ਵੀ ਪੋਲੀਟੀਕਲੀ ਸਟੈਂਡ ਆਊਟ ਕਰਦੇ ਸੀ। ਉਸ ਤੋਂ ਬਾਅਦ ਬੀਬੀ ਜਗੀਰ ਕੌਰ, ਉਹ ਵੀ ਕਿਸੇ ਦੀ ਡਾਟਰ ਇਨ ਲਾਅ ਹੈ, ਕਿਸੇ ਪਰਿਵਾਰ ਤੋਂ ਨੌਂ ਆ, ਇਸ ਕਰਕੇ ਉਹਨਾਂ ਦੀ ਰਾਜਨੀਤਿਕ ਆਪਾਂ ਸ਼ਮੂਲੀਅਤ ਮੰਨ ਸਕਦੇ ਹਾਂ। ਇਹਦੇ ਵਿੱਚ ਆਪਾਂ MPs ਦੀ ਗੱਲ ਨਹੀਂ ਕਰ ਰਹੇ, ਮਹਾਰਾਣੀ ਪ੍ਰਨੀਤ ਕੌਰ, ਹਰਸਿਮਰਤ ਕੌਰ ਬਾਦਲ, ਉਹਨਾਂ ਦੀ ਗੱਲ ਨਹੀਂ ਕਰ ਰਹੇ, ਕਿਉਂਕਿ ਆਪਾਂ ਸਿਰਫ ਪੰਜਾਬ ਦੀ ਲੈਜਿਸਲੇਟਿਵ ਅਸੈਂਬਲੀ ਵਿਧਾਨ ਸਭਾ 'ਤੇ ਕੰਸਨਟਰੇਟ ਕਰ ਰਹੇ ਹਾਂ। ਇਸ ਲਿਸਟ ਦੇ ਵਿੱਚ ਐਡ ਕਰਨ ਲਈ ਹੋਰ ਵੀ ਬਹੁਤ ਜ਼ਿਆਦਾ ਨਾਮ ਨੇ, ਪਰ ਆਪਾਂ ਹੁਣ ਗੱਲ ਕਰਦੇ ਹਾਂ ਉਹਨਾਂ ਔਰਤਾਂ ਦੀ ਜਿਹੜੀਆਂ ਬਿਨਾਂ ਕਿਸੇ ਸਿਆਸੀ ਖਾਨਦਾਨ ਤੋਂ ਬਿਲੋਂਗ ਕਰਦੇ ਹੋਏ ਇੱਕ ਤਰ੍ਹਾਂ ਨਾਲ ਇੰਡੀਪੈਂਡੈਂਟ ਤੌਰ 'ਤੇ ਜਾਂ ਡਾਇਰੈਕਟ ਤੌਰ 'ਤੇ ਰਾਜਨੀਤੀ 'ਚ ਆਈਆਂ। ਜਿਵੇਂ ਆਮ ਆਦਮੀ ਪਾਰਟੀ ਦੇ ਆਉਣ 'ਤੇ 3 ਜਿਹੜੇ ਆਪਣੇ ਵਿਧਾਇਕ ਸੀਗੇ, ਪ੍ਰੋਫੈਸਰ ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ ਐਂਡ ਸਰਵਜੀਤ ਮਾਨੂਕੇ, ਉਹਨਾਂ ਦਾ ਕੋਈ ਫੈਮਿਲੀ ਜਿਹੜੀ ਬੈਕਗਰਾਊਂਡ ਆ ਉਹ ਵਾਲੀ ਸਿਆਸਤ ਦੇ ਵਿੱਚ ਨਹੀਂ ਆ ਕਿ ਉਹਨਾਂ ਨੂੰ ਸਿਆਸੀ ਪ੍ਰਿਵਿਲੇਜ ਮਿਲੀ ਹੋਵੇ ਜਾਂ ਸਿਆਸੀ ਸਰਪ੍ਰਸਤੀ ਮਿਲੀ ਹੋਵੇ। ਇਸ ਤੋਂ ਪਹਿਲਾਂ ਜੋ ਪੁਰਾਣਾ ਆਪਾਂ ਦੇਖੀਏ ਤਾਂ ਸੀਮਾ ਕੁਮਾਰੀ ਦਾ ਇੱਕ ਆਪਣੇ MLA ਹੁੰਦੇ ਸੀ, ਉਹ ਵੀ ਇੱਕ ਡਾਇਰੈਕਟ ਐਂਟਰੀ ਆਪਾਂ ਕਹਿ ਸਕਦੇ ਹਾਂ। ਉਸ ਤੋਂ ਬਾਅਦ ਲਕਸ਼ਮੀਕਾਂਤ ਚਾਵਲਾ ਜਿਹੜੇ BJP ਤੋਂ ਅੰਮ੍ਰਿਤਸਰ ਤੋਂ ਕੰਟੈਸਟ ਕਰਦੇ ਸੀ, ਉਹ ਵੀ ਇੱਕ ਬਹੁਤ ਗਰਾਊਂਡ ਲੈਵਲ ਤੋਂ ਕੰਮ ਕਰਨਾ ਉਹਨਾਂ ਸਟਾਰਟ ਕੀਤਾ ਸੀ। ਐਂਡ ਉਹਦੀ ਉਸ ਔਰਤ ਦੀ ਟੋਟਲੀ ਆਪਾਂ ਕਹਿ ਸਕਦੇ ਹਾਂ ਕਿ ਇੱਕ ਡਾਇਰੈਕਟ ਇੰਡੀਪੈਂਡੈਂਟ ਹੋਂਦ ਸੀ ਉਹਦੀ ਰਾਜਨੀਤੀ ਦੇ ਵਿੱਚ, ਉਹ ਕਿਸੇ ਸਿਆਸੀ ਪਰਿਵਾਰ ਦੇ ਅੰਦਰ ਨਹੀਂ ਸੀ। ਇਸ ਤੋਂ ਪਹਿਲਾਂ ਵੀ ਹੋਰ ਵੀ ਬਹੁਤ ਔਰਤਾਂ ਹੋਈਆਂ ਨੇ, ਜਿਵੇਂ ਵਿਮਲ ਡਾਂਗ, ਉਹਨਾਂ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਆ ਬਿਕੋਜ਼ ਉਹਨਾਂ ਨੇ ਬਹੁਤ ਸੋਸ਼ਲ ਵਰਕ ਕਰਕੇ ਜਾਂ ਆਪਣਾ ਸਮਾਜ ਦੇ ਲਈ ਉਹਨਾਂ ਦਾ ਇੱਕ ਨਜ਼ਰੀਆ, ਇੱਕ ਮਾਡਲ ਸੀ ਜਿਹਦੇ ਉੱਤੇ ਉਹ ਕੰਮ ਕਰਦੇ ਸੀ, ਔਰ ਬਾਅਦ ਵਿੱਚ ਉਹਨਾਂ ਨੇ ਇੱਕ ਤਰ੍ਹਾਂ ਨਾਲ ਆਪਣੇ ਆਪ ਨੂੰ ਡੈਡੀਕੇਟਡ ਹਰਸੈਲਫ ਫॉर द ਸੁਸਾਇਟੀ। ਇਹਦਾ ਸਭ ਤੋਂ ਪਹਿਲਾਂ ਦੇਖਦੇ ਹਾਂ ਵੀ ਕਾਰਨ ਕੀ ਹੈ। ਇਹਦਾ ਕਾਰਨ ਇਹ ਹੈ, ਮੈਨੂੰ ਲੱਗਦਾ ਕਿ 2 ਜਾਂ 3 ਪੱਖ ਆਪਾਂ ਇਹਦੇ 'ਚ ਕਾਊਂਟ ਕਰ ਸਕਦੇ ਹਾਂ। ਪਹਿਲਾ ਪੱਖ ਹੈ ਕਿ ਜਿਹੜਾ ਇੱਕ ਲੀਗੇਸੀ, ਜਿਹੜੀ ਪੋਲੀਟਿਕਸ ਆ ਉਹਨੂੰ ਲੀਗੇਸੀ ਬਣਾ ਲਿਆ ਗਿਆ। ਆਪਾਂ ਅਕਸਰ ਸੁਣਦੇ ਹਾਂ, ਲੋਕ ਕਹਿੰਦੇ ਆ ਕਈ MLA, ਮੇਰੇ ਤਾਂ ਬਾਪ ਦਾਦੇ ਨੇ ਇੱਥੇ ਸੇਵਾ ਕੀਤੀ ਹੈ, ਮੇਰੀ ਤਾਂ 3ਜੀ ਪੀੜ੍ਹੀ ਰਾਜਨੀਤੀ 'ਚ ਆ, ਮੇਰੀ 4ਥੀ ਪੀੜ੍ਹੀ ਰਾਜਨੀਤੀ 'ਚ ਆ। ਸੋ ਰਾਜਨੀਤੀ ਨੂੰ ਲੀਗੇਸੀ ਬਣਾ ਲਿਆ ਗਿਆ ਹੈ। ਜਿਹੜੇ ਛੋਟੇ ਵਿਧਾਨ ਸਭਾ ਕੌਂਸਟੀਚੁਐਂਸੀਜ਼ ਆ, ਉਹਨਾਂ ਦੇ ਵਿੱਚ ਜਿਹੜੇ ਵਿਧਾਇਕ ਆ ਉਹ ਆਪਣੇ ਆਪ ਨੂੰ ਇੱਕ ਤਰ੍ਹਾਂ ਦੇ ਫਿਊਡਲ ਲਾਰਡ ਸਮਝਣ ਲੱਗ ਗਏ ਕਿ ਅਸੀਂ ਇੱਥੋਂ ਦੇ ਜਗੀਰਦਾਰ ਹਾਂ। ਸੋ ਜਦੋਂ ਰਾਜਨੀਤੀ ਜਗੀਰਦਾਰੀ ਬਣ ਗਈ, ਰਾਜਨੀਤੀ ਦਾ ਅਸਲ ਮਕਸਦ ਜਿਹੜਾ ਸੀ ਉਹ ਸਮਾਜ ਭਲਾਈ ਤੋਂ ਔਰ ਸਮਾਜ ਨੂੰ ਬਿਹਤਰ ਦਿਸ਼ਾ ਦੇ ਵਿੱਚ ਲੈ ਕੇ ਜਾਣਾ, ਸੂਬੇ ਦੀ ਗਰੋਥ ਕਰਨਾ, ਉਹ ਤੋਂ ਭਟਕ ਚੁੱਕਾ ਹੈ। ਭਟਕ ਕੇ ਹੁਣ ਸਿਰਫ ਪਾਵਰ ਤੱਕ ਲਿਮਿਟ ਹੋ ਚੁੱਕਾ ਹੈ। ਜਿਹੜੀ ਪਾਵਰ ਉਹਨੂੰ ਮਿਲਦੀ ਲੋਕਤੰਤਰੀ ਢੰਗ ਦੇ ਨਾਲ, ਉਸ ਪਾਵਰ ਨੂੰ ਇੱਕ ਨਿੱਜੀ ਪ੍ਰਾਪਰਟੀ, ਆਪਣੀ ਨਿੱਜੀ ਜਾਇਦਾਦ ਸਮਝਦੇ ਹੋਏ ਆਪਣੇ ਅੱਗੇ ਹੀ ਵਿਰਾਸਤ ਸਮਝ ਕੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਕੈਰੀ ਫਾਰਵਰਡ ਕਰਾਉਂਦੇ ਰਹਿੰਦੇ ਆ। ਸੋ ਇਹਦੇ ਵਿੱਚ ਜਿਹੜੀਆਂ ਨੌਹਾਂ ਧੀਆਂ, ਇਹਨਾਂ ਦਾ ਨੰਬਰ, ਵਾਈਫ ਦਾ ਨੰਬਰ ਲੱਗਦਾ ਰਹਿੰਦਾ ਹੈ। ਸਿਆਸੀ ਸਰਪ੍ਰਸਤੀ ਵਾਲੀਆਂ ਜਿਹੜੀਆਂ 30 ਔਰਤਾਂ ਪਿਛਲੇ 15 ਸਾਲਾਂ ਦੇ ਵਿੱਚ ਪੰਜਾਬ 'ਚ ਵਿਧਾਨ ਸਭਾ 'ਚ ਆਈਆਂ ਨੇ MLA ਬਣ ਕੇ, ਅਗਰ ਆਪਾਂ ਉਹਨਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹ ਔਰਤਾਂ ਇੱਕ ਤਰ੍ਹਾਂ ਨਾਲ ਇੱਦਾਂ ਲੱਗਦੀਆਂ ਕਿ ਨੋ ਓਪੀਨੀਅਨ ਟਾਈਪ ਆਫ ਕੈਟੇਗਰੀ ਆ। ਉਹਨਾਂ ਦਾ ਆਪਣਾ ਕੋਈ ਓਪੀਨੀਅਨ ਹੀ ਨਹੀਂ ਆ, ਉਹ ਸਿਰਫ ਆਪਣੇ ਹਲਕੇ ਦੀ ਉਸ ਪਾਵਰ ਨੂੰ ਹੀ ਸਮੇਟਣ 'ਚ ਲੱਗੇ ਆ ਕਿਉਂਕਿ ਉਹਨਾਂ ਦੀ ਪਿੱਠ ਦੇ ਉੱਤੇ ਬੈਠ ਕੇ ਕੋਈ somebody is guiding them and most of candidates are, most of MLAs ਜਿਹੜੇ ਪੁਰਾਣੇ ਹੋਏ, they are looking like ਕਿ ਇਹਨਾਂ ਦੇ ਕੋਲ ਕੋਈ ਖਾਸ ਲੀਡਰਸ਼ਿਪ ਇਹਨਾਂ ਦਿਖਾਈ ਨਹੀਂ ਹੈ, ਸਿਰਫ ਔਰ ਸਿਰਫ ਆਪਣੇ ਪਰਿਵਾਰ ਦਾ ਪ੍ਰਾਈਡ ਬਚਾਉਣ ਦੇ ਲਈ ਜਾਂ ਉਹਨਾਂ ਦੇ ਪ੍ਰਾਈਡ ਨੂੰ ਅੱਗੇ ਕੈਰੀ ਫਾਰਵਰਡ ਕਰਨ ਦੇ ਲਈ ਅੱਗੇ ਆਏ ਆ। ਦੂਸਰੀ ਗੱਲ ਇਹ ਹੈ ਸਟੇਟਸ ਕੋ ਮੇਨਟੇਨ ਕਰਨਾ। ਸਟੇਟਸ ਕੋ ਹੁਣ ਅਗਰ ਕਿਸੇ ਦੇ ਕੋਲ ਪਾਵਰ ਆ ਜਾਂਦੀ ਹੈ, ਕੋਈ ਪੋਜੀਸ਼ਨ ਆ ਜਾਂਦੀ ਹੈ, ਉਹ ਕੋਈ ਛੱਡਣਾ ਨਹੀਂ ਚਾਹੁੰਦਾ। ਇਹ ਜਿਹੜੀ ਸਿਆਸੀ ਸਰਪ੍ਰਸਤੀ ਔਰਤਾਂ ਦੀ ਹੈ, ਇੱਥੋਂ ਸ਼ੁਰੂ ਹੋ ਜਾਂਦੀ ਹੈ ਜਦੋਂ ਕੈਂਡੀਡੇਟਸ ਆਪਣੀ ਨੋਮੀਨੇਸ਼ਨ ਫਾਈਲ ਕਰਦੇ ਆ, ਕੋਈ ਮਰਦ ਕੈਂਡੀਡੇਟ ਆਪਣੀ ਨੋਮੀਨੇਸ਼ਨ ਫਾਈਲ ਕਰਦਾ ਤਾਂ ਉਹਦੇ ਵਿੱਚ ਇੱਕ ਕਵਰਿੰਗ ਏਜੰਟ ਲਿਖਾਉਣਾ ਹੁੰਦਾ ਹੈ ਕਿ ਇਨ ਕੇਸ ਇਸ MLA, ਇਸ ਕੈਂਡੀਡੇਟ ਨੂੰ ਕੁਛ
ਅਣਹੋਣੀ ਹੁੰਦੀ ਹੈ, ਕੋਈ ਕਿਸੇ ਤਰ੍ਹਾਂ ਦੀ ਅਨਫੋਰਚੂਨੇਟ ਸਿਚੁਏਸ਼ਨ ਆਉਂਦੀ ਹੈ, ਤਾਂ ਉਸ ਕੇਸ ਦੇ ਵਿੱਚ ਜਿਹੜਾ ਕੋਈ ਕੈਂਡੀਡੇਟ ਹੋਏਗਾ ਜਿਹੜਾ ਇਹਨੂੰ ਕਵਰ ਕਰੇਗਾ, ਇਹਦੀ ਜਗ੍ਹਾ ਤੇ ਕਵਰ ਕਰੇਗਾ, ਉਹ ਕਵਰਿੰਗ ਕੈਂਡੀਡੇਟ ਵੀ ਮੋਸਟ ਆਫ MLAs ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਹੀ ਰੱਖਦੇ ਨੇ, ਜਿਵੇਂ ਕਿ ਵਾਈਫ ਨੂੰ ਵੀ ਬਹੁਤ ਜ਼ਿਆਦਾ MLAs ਨੇ ਇਸ ਵਾਰੀ ਰੱਖਿਆ, ਔਰ ਨਾਲ ਹੀ ਪਰਿਵਾਰ ਦੇ ਹੋਰ ਕੋਈ ਜੀ ਭਰਾ ਵਗੈਰਾ ਨੂੰ। ਹੁਣ ਇੱਥੋਂ ਹੀ ਸ਼ੁਰੂ ਹੋ ਜਾਂਦਾ ਪਰਿਵਾਰਵਾਦ। ਪਹਿਲਾ ਪੁਆਇੰਟ ਵੀ ਪਰਿਵਾਰਵਾਦ ਦੀ ਹੀ ਉਹਦੀ ਜੜ ਆਪਾਂ ਪਰਿਵਾਰਵਾਦ ਚੋਂ ਲੱਭ ਸਕਦੇ ਹਾਂ, ਔਰ ਹੁਣ ਵੀ ਪਰਿਵਾਰਵਾਦ ਹੀ ਮੇਨ ਕਾਰਨ ਹੈ ਜਿਹਦੇ ਕਰਕੇ ਇਹ ਜਿਹੜਾ ਸਟੇਟਸ ਕੋ ਮੇਨਟੇਨ ਰੱਖਣ ਦੇ ਲਈ ਕਿਸੇ ਨਾ ਕਿਸੇ ਘਰ ਦੇ ਜੀ ਨੂੰ ਰਾਜਨੀਤੀ 'ਚ ਭੇਜਿਆ ਜਾਂਦਾ ਹੈ, ਔਰ ਉਹ ਜਿਹੜਾ ਰਾਜਨੀਤੀ 'ਚ ਭੇਜਿਆ ਜਾਂਦਾ ਉਹਦੇ ਵਿੱਚ ਔਰਤਾਂ ਵੀ ਅੱਗੇ ਆਈਆਂ ਨੇ ਜਸਟ ਆਪਣੇ ਪਰਿਵਾਰ ਦਾ ਸਟੇਟਸ ਕੋ, ਉਹਨਾਂ ਦੀ ਪਾਵਰ ਔਰ ਪੋਜੀਸ਼ਨ ਨੂੰ ਮੇਨਟੇਨ ਰੱਖਣ ਦੇ ਲਈ। ਨਾਲ ਹੀ ਇੱਕ ਹੋਰ ਟ੍ਰੈਂਡ ਸਟਾਰਟ ਹੋ ਰਿਹਾ ਪੰਜਾਬ ਦੇ ਵਿੱਚ, ਪਹਿਲਾਂ ਵੀ ਸੀ ਔਰ ਹੁਣ ਜ਼ਿਆਦਾ ਤੇਜ਼ੀ ਨਾਲ ਵੱਧ ਰਿਹਾ, ਕਿਉਂਕਿ ਇਹਨਾਂ ਇਲੈਕਸ਼ਨ ਦੇ ਵਿੱਚ ਆਪਾਂ ਦੇਖਿਆ ਕਿ ਕੁਛ ਕੁ MLA ਜਿਹੜੇ ਮੇਲ MLA ਕੈਂਡੀਡੇਟ ਸੀ, ਉਹਨਾਂ ਦੀਆਂ ਕੋਸ਼ਿਸ਼ਾਂ ਇਹ ਸੀ ਕਿ ਮੈਂ MLA ਹਾਂ, ਮੈਂ ਮਿਨਿਸਟਰ ਹਾਂ, ਅਤੇ ਮੈਂ ਆਪਣੀ ਵਾਈਫ ਦੀ ਹੁਣੇ ਤੋਂ ਹੀ ਬ੍ਰਾਂਡਿੰਗ ਸ਼ੁਰੂ ਕਰ ਦਿੰਦਾ, ਇੱਕ ਮਾਰਕੀਟਿੰਗ ਸ਼ੁਰੂ ਕਰ ਦਿੰਦਾ ਕਿ ਕੱਲ੍ਹ ਨੂੰ ਇਹ MP ਹੋਏਗੀ। ਸੋ ਇੱਕ ਇਹ ਵੀ ਜਿਹੜਾ ਰੁਝਾਨ ਹੈ, ਇਹ ਵੀ ਇੱਕ ਔਰਤਾਂ ਨੂੰ ਸਟਿਲ ਉਹਨਾਂ ਦੇ ਵਜੂਦ ਦੇ ਲਈ ਔਰ ਉਹਨਾਂ ਦੇ ਸਿਆਸੀ ਵਜੂਦ ਦੇ ਲਈ ਖਤਰਾ ਹੈ, ਔਰ ਵਿਮਨ ਇੰਪਾਵਰਮੈਂਟ ਦੇ ਨਾਮ ਤੇ ਧੱਬਾ ਹੈ। ਇੱਕ ਹੈ ਔਰਤ ਦਾ ਸਿਆਸੀ ਵਜੂਦ ਔਰ ਇੱਕ ਹੈ ਔਰਤ ਦਾ ਔਰਤ ਵਜੂਦ। ਹੁਣ ਜਿਹੜਾ ਜਿੰਨੀਆਂ ਵੀ ਆਪਣੀਆਂ ਸਿਆਸੀ ਪਾਰਟੀਆਂ ਨੇ, ਉਹਨਾਂ ਦੇ ਕੋਲ ਇਸ ਟਾਈਮ ਦੋ ਔਰਤਾਂ ਅਗਰ ਕੈਂਡੀਡੇਟ ਵਜੋਂ ਉਹਨਾਂ ਨੇ ਚੁਣਨਾ ਹੋਣ, ਤਾਂ ਮੰਨ ਲਓ ਉਹਨਾਂ ਅੱਗੇ ਦੋ ਔਰਤਾਂ ਖੜੀਆਂ ਨੇ। ਇੱਕ ਉਹ ਔਰਤ ਹੈ ਜਿਹੜੀ ਬਹੁਤ ਆਮ ਘਰਾਣੇ ਦੀ ਹੈ, ਜਾਂ ਇੱਕ ਬਹੁਤ ਆਮ ਔਰਤ ਹੈ ਜਿਹਨੇ ਇਸ ਸਮਾਜ ਦੇ ਵਿੱਚ ਵਿਚਰ ਕੇ ਆਪਣੀ ਜ਼ਿੰਦਗੀ ਕੱਟੀ ਹੈ ਔਰ ਜ਼ਿੰਦਗੀ ਕੱਟ ਰਹੀ ਹੈ, ਜਿਹਨੇ ਇਸ ਸਮਾਜ ਦੀਆਂ ਜਿਹੜੀਆਂ ਠੋਕਰਾਂ ਆ ਉਹ ਵੀ ਖਾਧੀਆਂ ਨੇ, ਔਰ ਸ਼ੀ ਅੰਡਰਸਟੈਂਡ ਸਮਾਜ ਨੂੰ ਬਹੁਤ ਬਿਹਤਰ ਢੰਗ ਦੇ ਨਾਲ। ਔਰ ਉਸ ਔਰਤ ਦੇ ਕੋਲ, ਆਮ ਜੀ ਔਰਤ ਦੇ ਕੋਲ ਇੱਕ ਰੋਡ ਮੈਪ ਹੈ, ਇੱਕ ਪਲਾਨ ਹੈ, ਇੱਕ ਸਟ੍ਰੈਟੇਜੀ ਹੈ, ਉਹਦਾ ਇੱਕ ਵਿਜ਼ਨ ਹੈ। ਉਹਨੇ ਆਪਣੇ ਸਮਾਜ ਦੇ ਲਈ ਆਪਣੇ ਆਪ ਦਾ ਇੱਕ ਵਿਜ਼ਨ ਰੱਖਿਆ, ਉਹ ਸਮਾਜ ਨੂੰ ਬਿਹਤਰ ਬਣਾਉਣਾ ਚਾਹੁੰਦੀ ਹੈ, ਪੋਲੀਟਿਕਸ ਨੂੰ ਸੁਧਾਰਨਾ ਚਾਹੁੰਦੀ ਹੈ, ਵਧੀਆ ਪੋਲਿਸੀਜ਼ ਲੈ ਕੇ ਆਉਣਾ ਚਾਹੁੰਦੀ ਹੈ। ਸੋ ਦੂਸਰੇ ਪਾਸੇ ਇਹਨਾਂ ਪੋਲੀਟੀਕਲ ਪਾਰਟੀਜ਼ ਦੇ ਅੱਗੇ ਇੱਕ ਔਰਤ ਹੈ ਜਿਹੜੀ ਕਿਸੇ ਸਿਆਸੀ ਫਲਾਣੇ ਬੰਦੇ ਦੀ ਜਾਂ ਤਾਂ ਘਰਵਾਲੀ ਹੈ, ਜਾਂ ਘਰਵਾਲੀ ਹੀ ਸ਼ਬਦ ਰਾਜਨੀਤੀ 'ਚ ਜ਼ਿਆਦਾ ਔਰਤਾਂ ਲਈ ਵਰਤਿਆ ਜਾਂਦਾ, ਧਰਮ ਪਤਨੀ ਤਾਂ ਕੋਈ ਨਹੀਂ ਕਹਿੰਦਾ, ਘਰਵਾਲੀ ਸ਼ਬਦ ਇੱਦਾਂ ਵਰਤਿਆ ਜਾਂਦਾ ਕਿ ਉਹ ਘਰਵਾਲੀ ਘਰੇ ਪਈ ਹੈ, ਘਰਵਾਲੀ। ਸੋ ਇਹ ਕਿ ਮੈਂ ਇਸ ਚੀਜ਼ ਨੂੰ ਵੀ ਡੈਰੋਗੇਟਰੀ ਜਿਹਾ ਸਮਝਦੀ ਹਾਂ ਕਿ ਰਾਦਰ ਦੈਨ ਸਿੰਘ ਘਰਵਾਲੀ, ਇਟ ਸ਼ੁੱਡ ਬੀ ਲਾਈਕ ਧਰਮ ਪਤਨੀ, ਜਾਂ ਕੋਈ ਹੋਰ ਸਿਆਸਤਦਾਨ ਵਧੀਆ ਸ਼ਬਦ ਕੱਢ ਲੈਣ ਉਹਦੇ ਲਈ, ਕੋਈ ਬੈਟਰ ਹਾਫ ਕਹਿ ਦੇ, ਜਾਂ ਵਾਈਫ ਇਜ਼ ਓਕੇ, ਪਰ ਧਰਮ ਪਤਨੀ ਪੰਜਾਬੀ ਦੇ ਵਿੱਚ ਇੱਕ ਬਹੁਤ ਸੋਫਿਸਟੀਕੇਟਡ ਵਰਡ ਹੈ। ਸੋ ਇਹਨਾਂ ਪਾਰਟੀਆਂ ਦੇ ਅੱਗੇ ਇੱਕ ਪਾਸੇ ਆਮ ਔਰਤ ਔਰ ਇੱਕ ਪਾਸੇ ਸਿਆਸੀ ਪਰਿਵਾਰ ਦੀ ਬਹੂ, ਸਿਆਸੀ ਪਰਿਵਾਰ ਦੀ ਧੀ, ਔਰ ਸਿਆਸੀ ਪਰਿਵਾਰ ਦੀ ਅੱਗੇ ਕੋਈ ਹੋਰ ਰਿਸ਼ਤੇਦਾਰ ਨਹੀਂ ਜਾਂ ਕਿਸੇ ਸਿਆਸੀ ਬੰਦੇ ਦੀ ਵਾਈਫ ਹੁੰਦੀ ਹੈ। ਉਸ ਔਰਤ ਦੇ ਕੋਲ ਮੰਨ ਲਓ ਅਗਰ ਕੋਈ ਪਲਾਨ ਨਹੀਂ ਹੈ, ਕੋਈ ਸਟ੍ਰੈਟੇਜੀ ਨਹੀਂ ਹੈ, ਕੁਛ ਨਹੀਂ ਹੈ, ਉਹਨੂੰ ਸਮਾਜ ਦੀ ਬਿਹਤਰ ਸਮਝ ਵੀ ਨਹੀਂ ਹੈ, ਕਿਉਂਕਿ ਔਰਤਾਂ ਦੇ ਨਾਲ ਕੀ ਉਹਨਾਂ ਨੂੰ ਐਵਰੀਡੇ ਲਾਈਫ 'ਚ ਫੀਲ ਕਰਨਾ ਪੈਂਦਾ, ਉਹ ਇੱਕ ਸਿਆਸੀ ਪਰਿਵਾਰ ਦੀ ਔਰਤ ਨਹੀਂ ਸਮਝ ਸਕਦੀ, ਕਿਉਂਕਿ ਉਹ ਜ਼ਿਆਦਾਤਰ 12 ਜਾਂ 15 ਜਾਂ 10 ਸਿਕਿਉਰਿਟੀ ਗਾਰਡਾਂ ਦੇ ਨਾਲ ਘਿਰੇ ਹੁੰਦੇ ਆ। ਸੋ ਬਟ ਫਿਰ ਵੀ ਜਿਹੜੀ ਪੋਲੀਟੀਕਲ ਪਾਰਟੀ ਹੈ ਉਹ ਵਿਨੇਬਿਲਿਟੀ ਨੂੰ ਦੇਖ ਕੇ, ਜਾਂ ਪੈਸੇ ਦਾ ਮੈਟਰ ਰੱਖ ਕੇ, ਜਾਂ ਸਿਫਾਰਿਸ਼ ਦਾ ਮੈਟਰ ਰੱਖ ਕੇ ਇਸ ਔਰਤ ਨੂੰ ਚੁਣਦੀ ਹੈ ਜੋ ਸਿਆਸੀ ਘਰਾਣੇ ਦੀ ਹੁੰਦੀ ਆ। ਉਹ ਔਰਤ ਜਿਹਨੇ ਸਮਾਜ ਦੇ ਵਿੱਚ ਵਿਚਰ ਕੇ ਦੇਖਿਆ ਹੁੰਦਾ, ਸਿਆ ਹੁੰਦਾ, ਉਹਨੂੰ ਪਿੱਛੇ ਧਕੇਲ ਦਿੱਤਾ ਜਾਂਦਾ। ਜਿਹੜਾ ਇਹ ਟ੍ਰੈਂਡ ਹੈ, ਇਹਦੇ ਨਾਲ ਜਿਹੜੀ ਔਰਤ ਦੀ ਇੰਡੀਪੈਂਡੈਂਟ ਔਰਤ ਦੀ ਹੋਂਦ ਹੈ ਉਹਨੂੰ ਵੀ ਖਤਰਾ ਹੈ, ਔਰ ਜਿਹੜੀ ਔਰਤ ਸਿਆਸਤ ਦੇ ਵਿੱਚ ਆਈ ਉਹਦੀ ਸਿਆਸੀ ਹੋਂਦ ਨੂੰ ਵੀ ਖਤਰਾ ਹੈ, ਕਿਉਂਕਿ ਉਸ ਔਰਤ ਦੀ ਸਿਆਸੀ ਹੋਂਦ ਬਣ ਨਹੀਂ ਪਾਉਂਦੀ, ਉਹ ਸਿਰਫ ਔਰ ਸਿਰਫ ਇੱਕ ਰਬੜ ਸਟੈਂਪ ਬਣ ਕੇ ਰਹਿ ਜਾਂਦੀ ਆ ਆਪਣੇ ਪਿੱਛੇ ਬੈਠੇ ਹੋਏ ਹਸਬੈਂਡ ਦੀ, ਆਪਣੇ ਭਰਾ ਦੀ, ਜਾਂ ਆਪਣੇ ਫਾਦਰ ਦੀ, ਜਾਂ ਕਿਸੇ ਵੀ ਇੱਕ ਸਿਆਸੀ ਮੇਲ ਦੀ ਜਿਹਦੀ ਸਰਪ੍ਰਸਤੀ ਹੇਠ ਉਹ ਸਿਆਸਤ ਦੇ ਵਿੱਚ ਆਈ ਹੁੰਦੀ ਹੈ। ਰਾਜਨੀਤੀ ਦੇ ਵਿੱਚ ਆ ਕੇ ਵੀ ਅਗਰ MLA ਬਣਦੀ ਹੈ ਕੋਈ ਔਰਤ, ਤਾਂ ਉਹਦੇ ਲਈ ਪੌੜੀ ਦਰ ਪੌੜੀ ਅੱਗੇ ਵਧਣਾ ਉਹ ਬਹੁਤ ਔਖਾ ਹੋ ਜਾਂਦਾ। ਇੱਥੇ ਵੀ ਗੱਲ ਮੈਂ ਫੀਲ ਕੀਤੀ ਹੈ ਕਿ ਜਿਵੇਂ ਪੰਜਾਬ ਦੇ ਹੁਣ ਦੇ ਚੋਣਾਂ ਦੇ ਵਿੱਚ ਵੀ 2022 ਦੇ ਵਿੱਚ ਕਿਤੇ ਵੀ ਇਹ ਚੀਜ਼ ਸੁਣਨ ਨੂੰ ਦੇਖਣ ਨੂੰ ਨਹੀਂ ਮਿਲੀ ਕਿ ਜਿਹੜੀ ਇੱਕ ਔਰਤ ਕਿਉਂ ਨਹੀਂ CM ਹੋ ਸਕਦੀ, ਜਾਂ ਇੱਕ ਔਰਤ ਨੂੰ ਡਿਪਟੀ CM ਦੇ ਅਹੁਦੇ ਦੇ ਕੇ ਲੁਭਾਇਆ ਵੀ ਨਹੀਂ ਗਿਆ। ਇਸ ਤੋਂ ਪਹਿਲਾਂ ਜਦੋਂ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਚਰਨਜੀਤ ਸਿੰਘ ਚੰਨੀ CM ਬਣਦੇ ਨੇ, ਕੈਪਟਨ ਅਮਰਿੰਦਰ ਸਿੰਘ ਓਕੇ ਬਾਏ ਹੋ ਜਾਂਦੀ ਹੈ, ਤਾਂ ਉਸ ਟਾਈਮ ਵੀ ਜਿਹੜੇ ਨਾਮ ਉੱਭਰੇ ਆ ਉਹ ਜ਼ਿਆਦਾਤਰ ਮਰਦ ਕੈਂਡੀਡੇਟਸ ਦੇ ਸੀ। ਸੁਖਜਿੰਦਰ ਰੰਧਾਵਾ ਦਾ ਆਇਆ, ਸੁਨੀਲ ਜਾਖੜ ਦਾ ਆਇਆ, ਚਰਨਜੀਤ ਸਿੰਘ ਚੰਨੀ, ਸਿੱਧੂ ਐਂਡ ਇੱਦਾਂ ਦੇ ਹੀ ਨਾਮ ਸੀ। ਅੰਬਿਕਾ ਸੋਨੀ ਦਾ ਸਿਰਫ ਇੱਕ ਵਾਰੀ ਥੋੜ੍ਹਾ ਜਿਹਾ ਨਾਮ ਆਇਆ, ਔਰ ਉਹ ਵੀ ਅੰਬਿਕਾ ਸੋਨੀ ਜੀ ਦਾ ਜਿਸ ਟਾਈਮ ਉਹ ਨਾਮ ਵੀ ਆਇਆ, ਉਸ ਟਾਈਮ ਇਹ ਫੀਲ ਹੁੰਦਾ ਕਿ ਉਹ ਸਿਰਫ ਔਰ ਸਿਰਫ ਖਾਨਾ ਪੂਰਤੀ ਦੇ ਲਈ ਰੱਖਿਆ ਜਾ ਰਿਹਾ ਹੈ ਕਿ ਇਹ ਪੋਜੀਸ਼ਨ ਕਵਰ ਅਪ ਕਰ ਲਓ, ਕਿਉਂਕਿ ਕਾਂਗਰਸ ਦੀ ਧੜੇਬਾਜ਼ੀ ਬਹੁਤ ਜ਼ਿਆਦਾ ਵੱਧ ਚੁੱਕੀ ਸੀ। 3-4 ਵਾਰੀ ਤਾਂ CM ਦੇ ਨਾਮ ਹੀ ਬਦਲ ਗਿਆ ਸੀ। ਸੁਖਜਿੰਦਰ ਰੰਧਾਵਾ ਨੂੰ ਤਾਂ ਇੱਕ ਵਾਰੀ ਘੋਸ਼ਿਤ ਹੀ ਕਰਤਾ ਸੀ ਕਿ ਇਹ CM ਹੋਣਗੇ, ਲੋਕ ਫੁੱਲਾਂ ਦੇ ਬੁੱਕੇ ਲੈ ਕੇ ਪਹੁੰਚਣ ਲੱਗ ਗਏ ਸੀ। ਸੋ ਇਸ ਸਥਿਤੀ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਔਰਤਾਂ ਦੇ ਲਈ
MLA ਬਣਨਾ ਫਿਰ ਵੀ ਠੀਕ ਹੋ ਜਾਂਦਾ ਕਿ ਨਾ ਸਿਆਸੀ ਔਰਤਾਂ ਦੇ ਲਈ ਆਸਾਨ ਕੰਮ ਹੈ, ਪਰ ਉਸ ਲੈਡਰ ਦੇ ਵਿੱਚ ਅੱਗੇ ਉੱਪਰ ਰੈਂਕ ਬਾਈ ਰੈਂਕ ਵਧਣਾ ਟੂ ਬ੍ਰੇਕ ਦਾ ਗਲਾਸ ਸੀਲਿੰਗ ਬਹੁਤ ਮੁਸ਼ਕਿਲ ਹੈ, ਕਿਉਂਕਿ ਇਹ ਔਰਤਾਂ ਸਿਰਫ ਔਰ ਸਿਰਫ ਇੱਕ ਸਿਆਸੀ ਸਰਪ੍ਰਸਤੀ ਕਰਕੇ ਹੀ ਆਈਆਂ ਹੁੰਦੀਆਂ, ਔਰ ਦੈਟ ਇਜ਼ ਵਾਈ ਇੱਕ ਤਰ੍ਹਾਂ ਦਾ ਓਪਰੈਸ਼ਨ ਦਬਾਅ ਇਹਨਾਂ ਔਰਤਾਂ ਨੂੰ ਸਿਆਸਤ ਦੇ ਵਿੱਚ ਫੀਲ ਕਰਨਾ ਪੈਂਦਾ। ਅਗਰ ਆਪਾਂ ਟਰੂ ਮਾਇਨਿਆਂ 'ਚ ਗੱਲ ਕਰੀਏ ਤਾਂ ਔਰਤ ਦੀ ਹਜੇ ਸਿਆਸੀ ਹੋਂਦ ਬਣੀ ਹੀ ਨਹੀਂ ਆ। ਔਰਤਾਂ ਦੀ ਅਗਰ ਆਪਾਂ ਪਰਫੈਕਟ ਐਗਜ਼ਾਮਪਲ ਲੱਭ ਕੇ ਕਿਸੇ ਲੀਡਰ ਦੀ ਪੰਜਾਬ ਦੇ ਵਿੱਚੋਂ ਦੇਣੀ ਹੋਵੇ ਤਾਂ ਆਪਣੇ ਕੋਲ ਕੋਈ ਔਰਤ ਲੀਡਰ ਨਹੀਂ ਹੈ ਜਿਹਦੀ ਆਪਾਂ ਐਗਜ਼ਾਮਪਲ ਦੇ ਕੇ ਕਹਿ ਸਕੀਏ ਵੀ ਆਹ ਦੇਖੋ ਇੱਥੇ ਔਰਤ ਦੀ ਹੋਂਦ ਬਣ ਗਈ। ਸਿਆਸਤ ਦੇ ਵਿੱਚ ਪਹਿਲੀ ਗੱਲ ਤਾਂ ਔਰਤਾਂ ਨਹੀਂ ਆ, ਜੇ ਔਰਤਾਂ ਹੈ ਵੀ ਆ ਤਾਂ ਉਹਨਾਂ ਦਾ ਜਿਹੜਾ ਵਜੂਦ ਆ ਉਹ ਇੱਕ ਸਿਆਸੀ ਖਾਨਦਾਨ ਕਰਕੇ ਤੁਰਿਆ ਆ ਰਿਹਾ, ਔਰ ਉਸ ਖਾਨਦਾਨ ਕਰਕੇ ਉਹਨਾਂ ਨੂੰ ਅੱਗੇ ਮੌਕਾ ਮਿਲਿਆ ਹੋਇਆ ਲੱਗਦਾ, ਜਿਹੜਾ ਕਿ ਔਰਤਾਂ ਦੇ ਸਸ਼ਕਤੀਕਰਨ ਦੇ ਵਿੱਚ ਖਾਸ ਕਰਕੇ ਔਰਤਾਂ ਦੀ ਪੋਲੀਟੀਕਲ ਇੰਪਾਵਰਮੈਂਟ ਦੇ ਲਈ ਮੈਨੂੰ ਲੱਗਦਾ ਹੈ ਕਿ ਘੁਣ ਵਾਂਗੂ ਖਾਏਗਾ, ਇਹ ਔਰਤਾਂ ਨੂੰ ਅੱਗੇ ਆਉਣ ਨਹੀਂ ਦੇਵੇਗਾ। ਕਿਉਂਕਿ ਦੋ ਟਾਈਪ ਦੀਆਂ ਔਰਤਾਂ ਅਗੇਨ ਆਈ ਐਮ ਸੇਇੰਗ ਕਿ ਜਿਹੜੀ ਡਾਇਰੈਕਟ ਪੋਲੀਟਿਕਸ ਚਾਹੁੰਦੀ ਹੈ ਉਹਦਾ ਆਪਣਾ ਵਿਜ਼ਨ ਹੁੰਦਾ, ਉਹਨੇ ਆਪ ਹੰਡਾਇਆ ਹੁੰਦਾ, ਔਰ ਜਿਹੜੀ ਇੱਕ ਸਿਆਸੀ ਸਰਪ੍ਰਸਤੀ ਵਿੱਚ ਔਰਤ ਅੱਗੇ ਆਏਗੀ ਉਹਦੇ ਕੋਲ ਆਪਣਾ ਕੋਈ ਵਿਜ਼ਨ ਨਹੀਂ ਹੋਏਗਾ, ਸਿਰਫ ਇੱਕ ਨਾਮ ਦੀ ਰਬਰ ਸਟੈਂਪ ਹੋਏਗੀ ਜਿਹੜੀ ਆਪਣੇ ਪਰਿਵਾਰ ਦੇ ਕਹਿਣ ਤੇ ਆਪਣੇ ਪਰਿਵਾਰ ਦੀ ਸਿਆਸਤ ਨੂੰ ਬਚਾਈ ਰੱਖਣ ਦੇ ਲਈ ਕੁਝ ਵੀ ਕੰਪਰੋਮਾਈਜ਼ਸ, ਪੋਲੀਟੀਕਲ ਕੰਪਰੋਮਾਈਜ਼ਸ ਕਿਸੇ ਵੀ ਤਰ੍ਹਾਂ ਦੇ ਕਰਦੀ ਰਹੇਗੀ। ਦੇਸ਼ ਦਾ ਭਲਾ, ਸੂਬੇ ਦਾ ਭਲਾ, ਬਾਕੀ ਔਰਤਾਂ ਦਾ ਭਲਾ, ਪਾਲਿਸੀ ਮੇਕਿੰਗ ਦੂਰ ਦੂਰ ਤੱਕ ਕੋਈ ਨਾਤਾ ਨਹੀਂ ਹੋਏਗਾ। ਨਾਲ ਹੀ ਡੈਮੋਕ੍ਰੇਸੀ ਦੇ ਲਈ ਇਹ ਬਹੁਤ ਮਾੜੀ ਚੀਜ਼ ਹੈ। ਜਿਸ ਕੌਂਸਟੀਟਿਊਸ਼ਨ ਨੇ ਇਕੁਐਲਿਟੀ ਦਾ ਸਿਧਾਂਤ ਦਿੱਤਾ, ਜਿਸ ਕੌਂਸਟੀਟਿਊਸ਼ਨ ਨੇ ਔਰਤਾਂ ਨੂੰ ਵੋਟ ਪਾਉਣ ਔਰ ਆਪਣੀ ਪ੍ਰਤੀਨਿਧਤਾ ਰੱਖਣ ਦਾ ਅਧਿਕਾਰ ਦਿੱਤਾ, ਅਗਰ ਪੰਜਾਬ ਦੀਆਂ ਔਰਤਾਂ ਨੂੰ ਜਾਂ ਇੰਡੀਆ ਦੀਆਂ ਔਰਤਾਂ ਨੂੰ ਵੋਟ ਪਾਉਣ ਲਈ ਕਿਸੇ ਤਰ੍ਹਾਂ ਦਾ ਵੋਟ ਦਾ ਹੱਕ ਲੈਣ ਦੇ ਲਈ, ਵੋਟ ਪਾਉਣ ਦਾ ਹੱਕ ਲੈਣ ਦੇ ਲਈ ਸੰਘਰਸ਼ ਕਰਨਾ ਪੈਂਦਾ ਜਾਂ ਆਪਣੀ ਰੈਪਰਜ਼ੈਂਟੇਸ਼ਨ ਦੇ ਲਈ ਸੰਘਰਸ਼ ਕਰਨਾ ਪੈਂਦਾ, ਤਾਂ ਅੱਜ ਸ਼ਾਇਦ ਉਸ ਸੰਘਰਸ਼ ਦੇ ਵਿੱਚੋਂ ਨਿਕਲ ਕੇ ਬਹੁਤ ਔਰਤ ਲੀਡਰਾਂ ਹੁੰਦੀਆਂ। ਔਰ ਅੱਜ ਦੇ ਸਮੇਂ ਦੇ ਵਿੱਚ ਇਹ ਜਿਹੜਾ ਔਰਤਾਂ ਦਾ ਨੰਬਰ ਰਾਜਨੀਤੀ ਦੇ ਵਿੱਚ ਹੈ, ਔਰਤ ਲੀਡਰਸ਼ਿਪ ਜਿਹੜਾ ਉਹ ਨੰਬਰ ਆਪਣੇ ਕੋਲ ਜ਼ਿਆਦਾ ਹੁੰਦਾ, ਔਰ ਬਾਕੀ ਔਰਤਾਂ ਦੀ ਵੀ ਪੋਲੀਟੀਕਲ ਮੋਬਿਲਾਈਜੇਸ਼ਨ ਹੋਣੀ ਸੀ। ਸੋ ਡੈਮੋਕ੍ਰੇਸੀ ਦੇ ਲਈ ਬਹੁਤ ਵੱਡਾ ਖਤਰਾ ਹੈ, ਔਰ ਔਰਤਾਂ ਦੀ ਇੰਪਾਵਰਮੈਂਟ 'ਤੇ ਜਿਹੜਾ ਪਹਿਲੀ ਗੱਲ ਤਾਂ ਇਹ ਜਿਹੜਾ ਪਾੜਾ ਆ ਇਹ ਬਹੁਤ ਵੱਡਾ ਆ ਮਰਦ ਰਾਜਨੀਤੀ ਦੇ ਵਿੱਚ ਔਰ ਔਰਤ ਰਾਜਨੀਤੀ 'ਚ, ਪਲੱਸ ਜਿਹੜੀਆਂ ਔਰਤਾਂ ਵੀ ਹੈ ਉਹਨਾਂ ਦੇ ਵਿੱਚ ਵੀ ਇੱਕ ਪਾੜਾ ਆ। ਉਹ ਪਾੜਾ ਇਹ ਹੈ ਵੀ ਇੱਕ ਔਰਤ ਹੈ ਜਿਹੜੀ ਕਿਸੇ ਸਿਆਸੀ ਖਾਨਦਾਨ ਦੀ ਨੌਂ ਹੈ, ਧੀ ਹੈ, ਕਿਸੇ ਦੀ ਪਤਨੀ ਹੈ, ਕਿਸੇ ਦੀ ਭਤੀਜੀ ਹੈ, ਕਿਸੇ ਦੀ ਭਰਜਾਈ ਹੈ, ਔਰ ਇੱਕ ਪਾਸੇ ਔਰਤ ਹੈ ਜਿਹੜੀ ਸਿਰਫ ਇੱਕ ਔਰਤ ਹੈ ਜਿਹੜੀ ਆਪਣਾ ਵਿਜ਼ਨ ਰੱਖਦੀ ਹੈ, ਆਪਣਾ ਪੁਆਇੰਟ ਰੱਖਦੀ ਹੈ, ਜਿਹੜੀ ਚਾਹੁੰਦੀ ਹੈ ਕਿ ਮੈਂ ਆਪਣੀ ਮਿਹਨਤ ਦੇ ਨਾਲ ਅੱਗੇ ਵਧਾਂ, ਨਾ ਕਿ ਕਿਸੇ ਦੀ ਸਰਪ੍ਰਸਤੀ ਦੇ ਨਾਲ। ਥੈਂਕ ਯੂ ਸੋ ਮਚ ਫॉर ਵਾਚਿੰਗ ਦ ਵੀਡੀਓ।